ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 6ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਹਾਣੀ ਸਾਰਾ ਜੱਗ ਨਹੀਂ ਜਿੱਤਿਆ ਜਾਂਦਾ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਕਹਾਣੀ ਕੀ ਹੁੰਦੀ ਹੈ? ਕਹਾਣੀ ਇੱਕ ਅਜਿਹੀ ਨਿੱਕੀ ਰਚਨਾ ਹੁੰਦੀ ਹੈ ਜਿਸ ਨੂੰ ਇੱਕੋ ਬੈਠਕ ਵਿੱਚ ਪੜ੍ਹਿਆ ਜਾ ਸਕੇ। ਕਹਾਣੀ ਘੋੜ ਦੌੜ ਵਾਂਗ ਹੁੰਦੀ ਹੈ। ਜਿਸ ਤਰ੍ਹਾਂ ਘੋੜ ਦੌੜ ਦਾ ਆਦਿ ਤੇ ਅੰਤ ਵਿਸ਼ੇਸ਼ ਮਹੱਤਤਾ ਰੱਖਦਾ ਹੈ, ਉਸੇ ਤਰ੍ਹਾਂ ਕਹਾਣੀ ਦਾ ਵੀ ਆਦਿ ਤੇ ਅੰਤ ਵਿਸ਼ੇਸ਼ ਮਹੱਤਵ ਰੱਖਦਾ ਹੈ। ਸਾਰਾ ਜੱਗ ਨਹੀਂ ਜਿੱਤਿਆ ਜਾਂਦਾ, ਇਸ ਕਹਾਣੀ ਦਾ ਆਦਿ ਤੇ ਅੰਤ ਵੀ ਬਹੁਤ ਮਹੱਤਵ ਰੱਖਦਾ ਹੈ। ਇਹ ਕਹਾਣੀ ਸ਼੍ਰੀਮਤੀ ਨਿਤਾਸ਼ਾ ਕੋਹਲੀ ਜੀ ਦੀ ਲਿਖੀ ਹੋਈ ਹੈ। ਇਸ ਕਹਾਣੀ ਵਿੱਚ ਇੱਕ ਕਿਸਾਨ ਹੈ ਜਿਸ ਕੋਲ ਇੱਕ ਖੋਤਾ ਹੈ। ਕਿਸਾਨ ਆਪਣੇ ਖੋਤੇ ਨੂੰ ਵੇਚ ਕੇ ਕੁਝ ਪੈਸੇ ਵਟਣੇ ਚਾਹੁੰਦਾ ਹੈ। ਉਹ ਕੀ ਕਰਦਾ ਹੈ? ਆਪਣੇ ਪੁੱਤਰ ਨੂੰ ਨਾਲ ਲੈ ਕੇ ਖੋਤੇ ਨੂੰ ਵੇਚਣ ਸ਼ਹਿਰ ਵੱਲ ਤੁਰ ਪੈਂਦਾ ਹੈ। ਉਹਨਾਂ ਨੂੰ ਰਸਤੇ ਵਿੱਚ ਕੁਝ ਕੁੜੀਆਂ ਮਿਲਦੀਆਂ ਹਨ, ਆਦਮੀ ਮਿਲਦੇ ਹਨ, ਆਜੜੀ ਮਿਲਦੇ ਹਨ, ਕੁਝ ਬੰਦੇ ਟੱਕਰਦੇ ਹਨ। ਹਰ ਕੋਈ ਕੁਝ ਨਾ ਕੁਝ ਕਹਿ ਰਿਹਾ ਹੈ, ਕਿਉਂਕਿ ਲੋਕਾਂ ਦਾ ਕੰਮ ਹੀ ਕੁਝ ਨਾ ਕੁਝ ਕਹਿਣਾ ਹੁੰਦਾ ਹੈ। ਕੋਈ ਕਹਿੰਦਾ ਹੈ ਖੋਤੇ 'ਤੇ ਬੈਠ ਜਾਓ, ਤਾਂ ਉਹ ਦੋਵੇਂ ਪਿਓ ਪੁੱਤਰ ਖੋਤੇ 'ਤੇ ਬੈਠ ਜਾਂਦੇ ਹਨ। ਜੇਕਰ ਕੋਈ ਕਹਿੰਦਾ ਹੈ ਖੋਤੇ ਤੋਂ ਉੱਤਰ ਜਾਓ, ਤਾਂ ਉਹ ਦੋਵੇਂ ਜਾਣੇ ਖੋਤੇ ਤੋਂ ਹੇਠਾਂ ਉਤਰ ਜਾਂਦੇ ਹਨ ਤੇ ਆਖਰਕਾਰ ਆਪਣਾ ਨੁਕਸਾਨ ਕਰ ਬੈਠਦੇ ਹਨ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਕਦੇ ਵੀ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਆਪਣੀ ਚਾਲੇ ਚੱਲਦੇ ਰਹਿਣਾ ਚਾਹੀਦਾ ਹੈ। ਲੋਕਾਂ ਦਾ ਤਾਂ ਕੰਮ ਹੀ ਗੱਲਾਂ ਕਰਨਾ, ਨੁਕਤਾਚੀਨੀ ਕਰਨਾ, ਨੁਕਸ ਕੱਢਣੇ, ਮਜ਼ਾਕ ਬਣਾਉਣਾ। ਕਹਿੰਦੇ ਨੇ ਨਾ, ਦਾਤਰੀ ਨੂੰ ਇੱਕ ਪਾਸੇ ਦੰਦੇ ਤੇ ਜਹਾਨ ਨੂੰ ਦੋਹੀਂ ਪਾਸੇ ਦੰਦੇ। ਸੋ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਦ੍ਰਿੜ ਨਿਸ਼ਚੇ ਨਾਲ ਲਗਾਤਾਰ ਆਪਣੀ ਮੰਜ਼ਿਲ ਵੱਲ ਵੱਧਦੇ ਰਹਿਣਾ ਚਾਹੀਦਾ ਹੈ। ਇਹੀ ਇਸ ਕਹਾਣੀ ਦਾ ਸੰਦੇਸ਼ ਹੈ। ਹੁਣ ਆਪਾਂ ਸਭ ਤੋਂ ਪਹਿਲਾਂ ਕਹਾਣੀ ਨੂੰ ਪੜ੍ਹਾਂਗੇ ਅਤੇ ਸਮਝਾਂਗੇ। ਕਹਾਣੀ ਹੈ, ਇੱਕ ਕਿਸਾਨ ਕੋਲ ਇੱਕ ਖੋਤਾ ਸੀ। ਕਿਸਾਨ ਨੂੰ ਪੈਸੇ ਚਾਹੀਦੇ ਸਨ। ਉਸ ਨੇ ਸੋਚਿਆ ਕਿ ਸ਼ਹਿਰ ਵਿੱਚ ਜਾ ਕੇ ਖੋਤੇ ਨੂੰ ਵੇਚ ਦਿੰਦੇ ਹਾਂ, ਕੁਝ ਪੈਸੇ ਮਿਲ ਜਾਣਗੇ। ਇੱਕ ਦਿਨ ਸਵੇਰੇ ਸਵੇਰੇ ਆਪਣੇ 10-12 ਸਾਲ ਦੇ ਪੁੱਤਰ ਨੂੰ ਨਾਲ ਲੈ ਕੇ ਸ਼ਹਿਰ ਵੱਲ ਨੂੰ ਚੱਲ ਪਿਆ। ਅੱਗੇ ਅੱਗੇ ਖੋਤਾ ਤੇ ਪਿੱਛੇ ਪਿੱਛੇ ਪਿਓ ਪੁੱਤਰ ਤੁਰਦੇ ਜਾ ਰਹੇ ਸਨ। ਅਜੇ ਕੁਝ ਦੂਰ ਹੀ ਗਏ ਸਨ ਕਿ ਉਹਨਾਂ ਨੂੰ ਕੁਝ ਕੁੜੀਆਂ ਮਿਲ ਪਈਆਂ। ਉਹ ਉਹਨਾਂ ਨੂੰ ਦੇਖ ਕੇ ਹੱਸ ਪਈਆਂ ਅਤੇ ਇੱਕ ਦੂਜੀ ਨੂੰ ਕਹਿਣ ਲੱਗੀਆਂ, ਦੇਖੋ ਭਲਾ ਇਹਨਾਂ ਮੂਰਖਾਂ ਕੋਲ ਚੰਗਾ ਭਲਾ ਖੋਤਾ ਹੈ ਸਵਾਰੀ ਕਰਨ ਲਈ। ਇਹ ਪਿਓ ਪੁੱਤਰ ਨਾਲ ਨਾਲ ਪੈਦਲ ਤੁਰੇ ਜਾਂਦੇ ਨੇ। ਕਿਸਾਨ ਉਹਨਾਂ ਦੀ ਗੱਲ ਸੁਣ ਕੇ ਕੁਝ ਸ਼ਰਮਿੰਦਾ ਜਿਹਾ ਹੋ ਗਿਆ। ਸੋਚ ਵਿਚਾਰ ਕੇ ਉਹਨੇ ਆਪਣੇ ਪੁੱਤਰ ਨੂੰ ਖੋਤੇ 'ਤੇ ਬਿਠਾ ਦਿੱਤਾ ਅਤੇ ਆਪ ਪੈਦਲ ਚੱਲਣ ਲੱਗ ਪਿਆ। ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਉਹਨਾਂ ਨੂੰ 2 ਆਦਮੀ ਮਿਲ ਪਏ। ਉਹ ਉਹਨਾਂ ਨੂੰ ਜਾਂਦਿਆਂ ਦੇਖ ਕੇ ਕਹਿਣ ਲੱਗੇ, ਦੇਖੋ ਇਸ ਮੁੰਡੇ ਨੂੰ ਹੱਟਾ ਕੱਟਾ, ਆਪ ਖੋਤੇ 'ਤੇ ਚੜ੍ਹਿਆ ਬੈਠਾ ਹੈ ਤੇ ਬੁੱਢਾ ਪਿਓ ਲੱਤਾਂ ਘਸੀਟਦਾ ਜਾਂਦਾ ਹੈ। ਅੱਜ ਦੇ ਮੁੰਡਿਆਂ ਨੂੰ ਮਾਂ ਪਿਓ ਦਾ ਰਤਾ ਧਿਆਨ ਨਹੀਂ। ਉਹਨਾਂ ਦੀ ਗੱਲ ਸੁਣ ਕੇ ਕਿਸਾਨ ਮੁੜ ਪਰੇਸ਼ਾਨ ਹੋ ਗਿਆ। ਉਹਨੇ ਮੁੰਡੇ ਨੂੰ ਖੋਤੇ ਤੋਂ ਉਤਾਰ ਦਿੱਤਾ ਅਤੇ ਉਸ ਦੀ ਥਾਂ 'ਤੇ ਆਪ ਬੈਠ ਗਿਆ। ਹੁਣ ਮੁੰਡਾ ਭੱਜ ਭੱਜ ਕੇ ਖੋਤੇ ਨਾਲ ਆਪਣੀ ਚਾਲ ਮਿਲਾ ਰਿਹਾ ਸੀ, ਨਾਲੇ ਸਾਹੋ ਸਾਹ ਹੋ ਰਿਹਾ ਸੀ।
ਦੋ ਆਜੜੀ ਰਾਹ ਵਿੱਚ ਭੇਡਾਂ ਚਾਰ ਰਹੇ ਸਨ। ਜਦੋਂ ਉਹਨਾਂ ਨੇ ਇਹ ਨਜ਼ਾਰਾ ਵੇਖਿਆ ਤਾਂ ਇੱਕ ਦੂਜੇ ਨੂੰ ਕਹਿਣ ਲੱਗੇ, ਦੇਖੋ ਬੁੱਢੇ ਦੀ ਅਕਲ ਨੂੰ, ਮਲੂਕ ਜਿਹਾ ਬੱਚਾ ਭੱਜ ਭੱਜ ਸਾਹੋ ਸਾਹ ਹੋਇਆ ਪਿਆ ਹੈ, ਆਪ ਨਵਾਬ ਬਣਿਆ ਖੋਤੇ 'ਤੇ ਸਵਾਰ ਹੋਇਆ ਬੈਠਾ ਹੈ। ਇਹ ਸੁਣ ਕੇ ਕਿਰਸਾਨ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ, ਆ ਜਾ ਪੁੱਤਰਾ, ਤੂੰ ਵੀ ਮੇਰੇ ਨਾਲ ਖੋਤੇ 'ਤੇ ਬੈਠ ਜਾ, ਹੁਣ ਸਾਨੂੰ ਕੋਈ ਕੁਝ ਕਹਿ ਕੇ ਤਾਂ ਦੇਖੇ। ਇਹ ਕਹਿ ਕੇ ਉਸ ਨੇ ਮੁੰਡੇ ਨੂੰ ਵੀ ਖੋਤੇ 'ਤੇ ਚੜ੍ਹਾ ਲਿਆ। ਉਹ ਦੋਵੇਂ ਪਿਓ ਪੁੱਤਰ ਖੁਸ਼ੀ-ਖੁਸ਼ੀ ਝੂਟੇ ਲੈਂਦੇ ਸ਼ਹਿਰ ਵੱਲ ਜਾ ਰਹੇ ਸਨ। ਇੰਨੇ ਨੂੰ ਸ਼ਹਿਰੋਂ ਵਾਪਸ ਆ ਰਹੇ ਕੁਝ ਬੰਦੇ ਉਹਨਾਂ ਨੂੰ ਟੱਕਰ ਗਏ। ਉਹ ਪਿਓ ਪੁੱਤਰ ਨੂੰ ਖੋਤੇ 'ਤੇ ਸਵਾਰ ਦੇਖ ਕੇ ਬੜੇ ਹੈਰਾਨ ਪਰੇਸ਼ਾਨ ਹੋਏ ਅਤੇ ਬੋਲਣੋਂ ਨਾ ਰਹਿ ਸਕੇ। ਖੋਤਾ ਕਿਸੇ ਦਾ ਚੋਰੀ ਕਰਕੇ ਲਿਆਏ ਹੋ, ਜਿਹੜਾ ਲੱਗੇ ਹੋ ਲਾਹਾ ਲੈਣ? ਵਿਚਾਰਾ ਤੁਹਾਡੇ ਦੋਹਾਂ ਦੇ ਭਾਰ ਨਾਲ ਦੱਬਿਆ ਪਿਆ ਹੈ। ਤੁਹਾਡੇ ਵਿੱਚ ਥੋੜ੍ਹੀ ਬਹੁਤੀ ਇਨਸਾਨੀਅਤ ਹੈ ਕਿ ਨਹੀਂ? ਜਾਨਵਰ ਵਿਚਾਰਾ ਬੋਲ ਨਹੀਂ ਸਕਦਾ, ਕੁਝ ਤਾਂ ਤਰਸ ਕਰੋ। ਉਹਨਾਂ ਦੀ ਗੱਲ ਸੁਣ ਕੇ ਦੋਵੇਂ ਪਿਓ ਪੁੱਤਰ ਖੋਤੇ ਤੋਂ ਹੇਠਾਂ ਉਤਰ ਗਏ। ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰਨ। ਰਾਹ ਜਾਂਦਾ ਹਰ ਕੋਈ ਕੁਝ ਨਾ ਕੁਝ ਕਹੀ ਜਾ ਰਿਹਾ ਸੀ। ਉਹਨਾਂ ਨੇ ਖੋਤੇ ਨੂੰ ਚੁੱਕ ਕੇ ਲਿਜਾਣ ਦੀ ਤਰਕੀਬ ਸੋਚੀ। ਉਹਨਾਂ ਦੋਹਾਂ ਨੇ ਖੋਤੇ ਦੀਆਂ ਲੱਤਾਂ ਦੋ-ਦੋ ਕਰਕੇ ਬੰਨ੍ਹ ਦਿੱਤੀਆਂ ਅਤੇ ਉਹਨਾਂ ਵਿੱਚੋਂ ਇੱਕ ਡੰਡਾ ਲੰਘਾ ਦਿੱਤਾ। ਇੱਕ ਪਾਸੇ ਪਿਓ ਨੇ ਡਾਂਗ ਮੋਢੇ 'ਤੇ ਰੱਖੀ, ਦੂਜੇ ਪਾਸਿਆਂ ਪੁੱਤਰ ਨੇ ਡਾਂਗ ਮੋਢੇ 'ਤੇ ਰੱਖ ਲਈ। ਹੁਣ ਪਿਓ ਪੁੱਤਰ ਸ਼ਹਿਰ ਵੱਲ ਨੂੰ ਚੱਲ ਪਏ। ਰਸਤੇ ਵਿੱਚ ਇੱਕ ਪੁਲ ਆਉਂਦਾ ਸੀ। ਉਹ ਪੁਲ ਪਾਰ ਕਰ ਰਹੇ ਸਨ। ਦੋਹਾਂ ਦੇ ਮੋਢਿਆਂ 'ਤੇ ਰੱਖੀ ਡਾਂਗ ਵਿਚਾਲੇ ਲਟਕਦੇ ਖੋਤੇ ਦਾ ਨਜ਼ਾਰਾ ਦੇਖ ਕੇ ਆਉਂਦੇ ਜਾਂਦੇ ਲੋਕ ਦੇਖ-ਦੇਖ ਹੱਸੀ ਜਾ ਰਹੇ ਸਨ। ਉਹਨਾਂ ਨੇ ਅਜਿਹਾ ਦ੍ਰਿਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ। ਲੋਕਾਂ ਦਾ ਸ਼ੋਰ ਸੁਣ ਕੇ ਖੋਤਾ ਘਬਰਾ ਗਿਆ। ਉਸ ਨੇ ਹਿਲਜੁਲ ਕੀਤੀ ਤਾਂ ਡਾਂਗ ਫਿਸਲ ਕੇ ਖੋਤੇ ਸਮੇਤ ਨਦੀ ਵਿੱਚ ਜਾ ਡਿੱਗੀ। ਦੋਹਾਂ ਦੇ ਦੇਖਦਿਆਂ ਦੇਖਦਿਆਂ ਖੋਤਾ ਪਾਣੀ ਦੇ ਤੇਜ਼ ਵਹਿਣ ਵਿੱਚ ਰੁੜ ਗਿਆ। ਦੋਵੇਂ ਹੱਕੇ ਬੱਕੇ ਦੇਖਦੇ ਰਹਿ ਗਏ। ਕਿਰਸਾਨ ਆਪਣਾ ਸਿਰ ਫੜ ਕੇ ਬਹਿ ਗਿਆ ਤੇ ਸੋਚਣ ਲੱਗਾ ਕਿ ਮੈਂ ਹਰ ਰਾਹ ਜਾਂਦੇ ਨੂੰ ਖੁਸ਼ ਕਰਨ ਦਾ ਯਤਨ ਕਰਦਾ ਰਿਹਾ ਅਤੇ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਿਆ, ਉਲਟਾ ਆਪਣਾ ਨੁਕਸਾਨ ਹੀ ਕਰ ਬੈਠਾ। ਚੰਗਾ ਹੁੰਦਾ ਜੇ ਮੈਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਂਦਾ, ਆਪਣੇ ਦਿਮਾਗ ਦੀ ਵਰਤੋਂ ਕਰਦਾ ਅਤੇ ਆਪਣੀ ਮਰਜ਼ੀ ਕਰਦਾ। ਲੋਕਾਂ ਦੇ ਬਹਿਕਾਵੇ ਵਿੱਚ ਨਾ ਆਉਂਦਾ ਤਾਂ ਘੱਟੋ ਘੱਟ ਮੇਰਾ ਨੁਕਸਾਨ ਤਾਂ ਨਾ ਹੁੰਦਾ। ਸੋ ਇਹ ਸੀ ਕਹਾਣੀ ਸਾਰਾ ਜੱਗ ਨਹੀਂ ਜਿੱਤਿਆ ਜਾਂਦਾ। ਹੁਣ ਅਸੀਂ ਕਹਾਣੀ ਵਿੱਚ ਆਏ ਔਖੇ ਸ਼ਬਦਾਂ ਦੇ ਅਰਥ ਦੇਖਾਂਗੇ। ਇੱਕ ਪਾਸੇ ਔਖੇ ਸ਼ਬਦ ਹਨ ਅਤੇ ਦੂਸਰੇ ਪਾਸੇ ਔਖੇ ਸ਼ਬਦਾਂ ਦੇ ਅਰਥ ਹਨ। ਪਹਿਲਾ ਸ਼ਬਦ ਹੈ ਹੱਟਾ ਕੱਟਾ। ਇਸ ਸ਼ਬਦ ਦਾ ਅਰਥ ਹੈ ਤਕੜੇ ਸਰੀਰ ਵਾਲਾ। ਅਗਲਾ ਸ਼ਬਦ ਹੈ ਘਸੀਟਦਾ, ਜਿਸ ਦਾ ਅਰਥ ਹੈ ਖਿੱਚਦਾ। ਭੱਜ ਭੱਜ ਕੇ ਸ਼ਬਦ ਦਾ ਅਰਥ ਹੈ ਦੌੜ ਦੌੜ ਕੇ। ਸਾਹੋ ਸਾਹ ਹੋ ਰਿਹਾ ਦਾ ਅਰਥ ਹੈ ਸਾਹ ਚੜ੍ਹਿਆ ਹੋਇਆ। ਆਜੜੀ ਸ਼ਬਦ ਦਾ ਅਰਥ ਹੈ ਭੇਡਾਂ ਬੱਕਰੀਆਂ ਚਾਰਨ ਵਾਲਾ। ਮਲੂਕ ਸ਼ਬਦ ਦਾ ਅਰਥ ਹੈ ਨਾਜ਼ੁਕ ਜਾਂ ਨਰਮ ਜਾਂ ਕੋਮਲ। ਨਵਾਬ ਸ਼ਬਦ ਦਾ ਅਰਥ ਹੈ ਵੱਡਾ ਆਦਮੀ ਜਾਂ ਹੁਕਮ ਚਲਾਉਣ ਵਾਲਾ। ਤਰਕੀਬ ਸ਼ਬਦ ਦਾ ਅਰਥ ਹੈ ਤਰੀਕਾ, ਢੰਗ। ਲਾਹਾ ਸ਼ਬਦ ਦਾ ਅਰਥ ਹੈ ਲਾਭ। ਅਗਲਾ ਸ਼ਬਦ ਹੈ ਇਨਸਾਨੀਅਤ, ਜਿਸ ਦਾ ਅਰਥ ਹੈ
ਮਨੁੱਖਤਾ ਜਾਂ ਇਨਸਾਨਾਂ ਵਾਲੀ ਗੱਲ ਜਾਂ ਮਨੁੱਖੀ ਦਰਦ। ਦ੍ਰਿਸ਼ ਸ਼ਬਦ ਦਾ ਅਰਥ ਹੈ ਨਜ਼ਾਰਾ। ਸ਼ੋਰ ਸ਼ਬਦ ਦਾ ਅਰਥ ਹੈ ਰੌਲਾ। ਵਹਿਣ ਸ਼ਬਦ ਦਾ ਅਰਥ ਹੈ ਰੋੜ। ਹੱਕੇ ਬੱਕੇ ਸ਼ਬਦ ਦਾ ਅਰਥ ਹੈ ਹੈਰਾਨ। ਅਗਲਾ ਸ਼ਬਦ ਹੈ ਬਹਿਕਾਵੇ ਵਿੱਚ। ਇਸ ਸ਼ਬਦ ਦਾ ਅਰਥ ਹੈ ਧੋਖੇ ਵਿੱਚ ਜਾਂ ਗੱਲਾਂ ਵਿੱਚ। ਹੁਣ ਅਸੀਂ ਕਹਾਣੀ ਦੇ ਅਭਿਆਸੀ ਪ੍ਰਸ਼ਨ ਅਤੇ ਪ੍ਰਸ਼ਨਾਂ ਦੇ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਕੁੜੀਆਂ ਕਿਸਾਨ ਤੇ ਉਸ ਦੇ ਪੁੱਤਰ ਨੂੰ ਦੇਖ ਕੇ ਕਿਉਂ ਹੱਸੀਆਂ ਸਨ? ਉੱਤਰ ਹੈ, ਕੁੜੀਆਂ ਕਿਸਾਨ ਤੇ ਉਸ ਦੇ ਪੁੱਤਰ ਨੂੰ ਖੋਤੇ ਉੱਤੇ ਸਵਾਰੀ ਕਰਨ ਦੀ ਥਾਂ ਖੋਤੇ ਦੇ ਨਾਲ ਤੁਰਦੇ ਦੇਖ ਕੇ ਹੱਸੀਆਂ ਸਨ। ਅਗਲਾ ਪ੍ਰਸ਼ਨ ਹੈ, ਪਿਤਾ ਤੇ ਪੁੱਤਰ ਨੇ ਖੋਤੇ ਨੂੰ ਮੋਢਿਆਂ ਤੇ ਕਿਉਂ ਚੁੱਕਿਆ ਸੀ? ਇਸ ਦਾ ਉੱਤਰ ਹੈ, ਜਦੋਂ ਪਿਤਾ ਤੇ ਪੁੱਤਰ ਨੇ ਦੇਖਿਆ ਕਿ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਜਾਂ ਦੋਹਾਂ ਨੂੰ ਇਕੱਠਿਆਂ ਖੋਤੇ ਉੱਤੇ ਸਵਾਰ ਹੋਏ ਦੇਖ ਕੇ ਲੋਕ ਉਹਨਾਂ ਉੱਤੇ ਟੀਕਾ ਟਿੱਪਣੀ ਕਰਦੇ ਹਨ ਤਾਂ ਉਹਨਾਂ ਨੇ ਖੋਤੇ ਨੂੰ ਮੋਢਿਆਂ ਉੱਤੇ ਚੁੱਕ ਲਿਆ। ਅਗਲਾ ਪ੍ਰਸ਼ਨ ਹੈ, ਦਰਿਆ ਦੇ ਪੁੱਲ ਤੇ ਆ ਕੇ ਕੀ ਵਾਪਰਿਆ? ਇਸ ਪ੍ਰਸ਼ਨ ਦਾ ਉੱਤਰ ਹੈ, ਜਦੋਂ ਪਿਓ ਪੁੱਤਰ ਖੋਤੇ ਨੂੰ ਚੁੱਕੀ ਦਰਿਆ ਦੇ ਪੁੱਲ ਉੱਤੋਂ ਲੰਘ ਰਹੇ ਸਨ ਤਾਂ ਲੋਕ ਉਹਨਾਂ ਨੂੰ ਦੇਖ ਕੇ ਹੱਸ ਰਹੇ ਸਨ। ਉਹਨਾਂ ਦੇ ਰੌਲੇ ਤੋਂ ਘਬਰਾ ਕੇ ਖੋਤੇ ਨੇ ਹਿਲਜੁਲ ਕੀਤੀ ਤਾਂ ਉਹਨਾਂ ਦੇ ਮੋਢਿਆਂ ਤੋਂ ਡਾਂਗ ਖਿਸਕ ਗਈ ਤੇ ਖੋਤਾ ਦਰਿਆ ਵਿੱਚ ਡਿੱਗ ਕੇ ਰੁੜ ਗਿਆ। ਅਗਲਾ ਪ੍ਰਸ਼ਨ ਹੈ, ਪਿਓ ਪੁੱਤਰ ਦਾ ਨੁਕਸਾਨ ਕਿਉਂ ਹੋਇਆ? ਉੱਤਰ ਹੈ, ਪਿਓ ਪੁੱਤਰ ਦਾ ਨੁਕਸਾਨ ਇਸ ਕਰਕੇ ਹੋਇਆ ਕਿਉਂਕਿ ਉਹ ਲੋਕਾਂ ਦੀਆਂ ਗੱਲਾਂ ਵਿੱਚ ਆ ਗਏ ਸਨ। ਅਗਲਾ ਪ੍ਰਸ਼ਨ ਹੈ, ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ? ਉੱਤਰ ਹੈ, ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ। ਹੁਣ ਆਪਾਂ ਕਹਾਣੀ ਵਿੱਚ ਆਏ ਕੁਝ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰਾਂਗੇ। ਪਹਿਲਾ ਸ਼ਬਦ ਹੈ ਸਵਾਰੀ। ਸਵਾਰੀ ਸ਼ਬਦ ਦਾ ਵਾਕ ਹੈ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਅਗਲਾ ਸ਼ਬਦ ਹੈ ਤਰਸ। ਸਾਨੂੰ ਗਰੀਬਾਂ ਉੱਤੇ ਤਰਸ ਕਰਨਾ ਚਾਹੀਦਾ ਹੈ। ਅਗਲਾ ਸ਼ਬਦ ਹੈ ਆਜੜੀ। ਆਜੜੀ ਭੇਡਾਂ ਚਾਰ ਰਿਹਾ ਹੈ। ਅਗਲਾ ਸ਼ਬਦ ਹੈ ਸ਼ਰਮਿੰਦਾ। ਪੁਲਿਸ ਨੂੰ ਦੇਖ ਕੇ ਚੋਰ ਬਹੁਤ ਸ਼ਰਮਿੰਦਾ ਹੋਇਆ। ਅਗਲਾ ਸ਼ਬਦ ਹੈ ਹੱਟਾ ਕੱਟਾ। ਇਸ ਹੱਟੇ ਕੱਟੇ ਆਦਮੀ ਦਾ ਭਾਰ 100 ਕਿਲੋ ਹੈ। ਅਗਲਾ ਸ਼ਬਦ ਹੈ ਦ੍ਰਿਸ਼। ਇਸ ਸ਼ਬਦ ਦਾ ਵਾਕ ਹੈ ਪਹਾੜੀ ਦ੍ਰਿਸ਼ ਬਹੁਤ ਸੁੰਦਰ ਹੈ। ਕਹਾਣੀ ਦੇ ਵਿੱਚ ਕੁਝ ਵਾਰਤਾਲਾਪ ਹੈ, ਆਪਸੀ ਗੱਲਬਾਤ ਹੈ। ਹੁਣ ਆਪਾਂ ਦੇਖਾਂਗੇ ਕਿ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ। ਪਹਿਲਾ ਵਾਰਤਾਲਾਪ ਹੈ, ਦੇਖੋ ਬੁੱਢੇ ਦੀ ਅਕਲ ਨੂੰ। ਮਲੂਕ ਜਿਹਾ ਬੱਚਾ ਭੱਜ ਭੱਜ ਸਾਹੋ ਸਾਹ ਹੋਇਆ ਪਿਆ ਹੈ। ਆਪ ਨਵਾਬ ਬਣਿਆ ਖੋਤੇ ਤੇ ਸਵਾਰ ਹੋਇਆ ਬੈਠਾ ਹੈ। ਇਹ ਸ਼ਬਦ ਦੋ ਆਜੜੀਆਂ ਨੇ ਇੱਕ ਦੂਜੇ ਨੂੰ ਬੁੱਢੇ ਬਾਰੇ ਕਹੇ। ਦੂਸਰਾ ਵਾਰਤਾਲਾਪ ਹੈ, ਦੇਖੋ ਇਸ ਮੁੰਡੇ ਨੂੰ ਹੱਟਾ ਕੱਟਾ ਆਪ ਖੋਤੇ ਤੇ ਚੜ੍ਹਿਆ ਬੈਠਾ ਹੈ ਤੇ ਬੁੱਢਾ ਪਿਓ ਲੱਤਾਂ ਘਸੀਟਦਾ ਜਾਂਦਾ ਹੈ। ਅੱਜ ਦੇ ਮੁੰਡਿਆਂ ਨੂੰ ਮਾਂ ਪਿਓ ਦਾ ਰਤਾ ਧਿਆਨ ਨਹੀਂ। ਇਹ ਸ਼ਬਦ ਦੋ ਆਦਮੀਆਂ ਨੇ ਇੱਕ ਦੂਜੇ ਨੂੰ ਮੁੰਡੇ ਬਾਰੇ ਕਹੇ। ਹੁਣ ਅਸੀਂ ਸਾਰਾ ਜੱਗ ਨਹੀਂ ਜਿੱਤਿਆ ਜਾਂਦਾ ਪਾਠ ਵਿੱਚੋਂ ਕੁਝ ਬਹੁ ਵਿਕਲਪੀ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਇੱਕ ਕਿਸਾਨ ਕੋਲ
ਕੀ ਸੀ? ਖੋਤਾ, ਕੁੱਤਾ, ਘੋੜਾ ਜਾਂ ਮੱਝ? ਇਸ ਪ੍ਰਸ਼ਨ ਦਾ ਉੱਤਰ ਹੈ ਇੱਕ ਕਿਸਾਨ ਕੋਲ ਖੋਤਾ ਸੀ। ਅਗਲਾ ਪ੍ਰਸ਼ਨ ਹੈ ਕਿਸਾਨ ਨੇ ਕਿਸ ਨੂੰ ਸ਼ਹਿਰ ਵਿੱਚ ਜਾ ਕੇ ਵੇਚਣ ਬਾਰੇ ਸੋਚਿਆ? ਝੋਨੇ ਨੂੰ, ਕਣਕ ਨੂੰ, ਘੋੜੇ ਨੂੰ ਜਾਂ ਖੋਤੇ ਨੂੰ? ਇਸ ਪ੍ਰਸ਼ਨ ਦਾ ਉੱਤਰ ਹੈ ਕਿਸਾਨ ਨੇ ਖੋਤੇ ਨੂੰ ਸ਼ਹਿਰ ਵਿੱਚ ਜਾ ਕੇ ਵੇਚਣ ਬਾਰੇ ਸੋਚਿਆ। ਅਗਲਾ ਪ੍ਰਸ਼ਨ ਹੈ ਕੁੜੀਆਂ ਇੱਕ ਦੂਜੀ ਨੂੰ ਕਹਿਣ ਲੱਗੀਆਂ, ਦੇਖੋ ਭਲਾ ਇਹਨਾਂ ਡੈਸ਼ ਕੋਲ ਚੰਗਾ ਭਲਾ ਖੋਤਾ ਹੈ ਸਵਾਰੀ ਕਰਨ ਲਈ। ਇਹ ਪਿਓ ਪੁੱਤਰ ਨਾਲ ਨਾਲ ਪੈਦਲ ਤੁਰੇ ਜਾਂਦੇ ਨੇ। ਇਸ ਖਾਲੀ ਥਾਂ ਦੇ ਵਿੱਚ ਕੀ ਆਵੇਗਾ? ਸਰਦਾਰਾਂ, ਮੂਰਖਾਂ, ਲੀਡਰਾਂ, ਬੰਦਿਆਂ। ਇਸ ਪ੍ਰਸ਼ਨ ਦਾ ਉੱਤਰ ਹੈ ਕੁੜੀਆਂ ਇੱਕ ਦੂਜੀ ਨੂੰ ਕਹਿਣ ਲੱਗੀਆਂ, ਦੇਖੋ ਭਲਾ ਇਹਨਾਂ ਮੂਰਖਾਂ ਕੋਲ ਚੰਗਾ ਭਲਾ ਖੋਤਾ ਹੈ ਸਵਾਰੀ ਕਰਨ ਲਈ। ਇਹ ਪਿਓ ਪੁੱਤਰ ਨਾਲ ਨਾਲ ਪੈਦਲ ਤੁਰੇ ਜਾਂਦੇ ਨੇ। ਇਸ ਕਰਕੇ ਇਸ ਖਾਲੀ ਥਾਂ ਦੇ ਵਿੱਚ ਆਵੇਗਾ ਮੂਰਖਾਂ। ਅਗਲਾ ਪ੍ਰਸ਼ਨ ਹੈ ਦ੍ਰਿਸ਼ ਸ਼ਬਦ ਦਾ ਕੀ ਅਰਥ ਹੈ? ਮਲੂਕ, ਤਰਕੀਬ, ਬਹਿਕਾਵਾ ਜਾਂ ਨਜ਼ਾਰਾ? ਦ੍ਰਿਸ਼ ਸ਼ਬਦ ਦਾ ਅਰਥ ਹੈ ਨਜ਼ਾਰਾ। ਅਗਲਾ ਪ੍ਰਸ਼ਨ ਹੈ ਰਸਤੇ ਵਿੱਚ ਇੱਕ ਡੈਸ਼ ਆਉਂਦਾ ਸੀ। ਰਸਤੇ ਵਿੱਚ ਇੱਕ ਪਿੰਡ ਆਉਂਦਾ ਸੀ, ਪੁਲ ਆਉਂਦਾ ਸੀ, ਰੁੱਖ ਆਉਂਦਾ ਸੀ ਜਾਂ ਰਸਤੇ ਵਿੱਚ ਇੱਕ ਸ਼ਹਿਰ ਆਉਂਦਾ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਰਸਤੇ ਵਿੱਚ ਇੱਕ ਪੁਲ ਆਉਂਦਾ ਸੀ। ਅਗਲਾ ਪ੍ਰਸ਼ਨ ਹੈ ਸਾਰਾ ਜੱਗ ਨਹੀਂ ਜਿੱਤਿਆ ਜਾਂਦਾ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ? ਕਿ ਸਾਨੂੰ ਲੋਕਾਂ ਦੀਆਂ ਗੱਲਾਂ ਵਿੱਚ ਆਉਣਾ ਚਾਹੀਦਾ ਹੈ, ਲੋਕਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ, ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਜਾਂ ਲੋਕ ਹਮੇਸ਼ਾ ਠੀਕ ਹੀ ਕਹਿੰਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ। ਅਗਲਾ ਪ੍ਰਸ਼ਨ ਹੈ ਕੁੜੀਆਂ ਉਹਨਾਂ ਨੂੰ ਦੇਖ ਕੇ ਹੱਸ ਪਈਆਂ। ਇਸ ਵਾਕ ਵਿੱਚੋਂ ਪੜ੍ਹਨਾਂਵ ਚੁਣੋ। ਤੁਹਾਨੂੰ ਪਤਾ ਹੈ ਜਿਹੜਾ ਸ਼ਬਦ ਨਾਮ ਦੀ ਥਾਂ 'ਤੇ ਵਰਤਿਆ ਜਾਵੇ ਉਸ ਨੂੰ ਪੜ੍ਹਨਾਂਵ ਕਹਿੰਦੇ ਹਨ। ਇਸ ਵਾਕ ਦੇ ਵਿੱਚ ਪੜ੍ਹਨਾਂਵ ਸ਼ਬਦ ਕਿਹੜਾ ਹੈ? ਉਹਨਾਂ ਜਾਂ ਕੁੜੀਆਂ ਜਾਂ ਦੇਖ ਜਾਂ ਹੱਸ? ਉਹਨਾਂ ਸ਼ਬਦ ਪੜ੍ਹਨਾਂਵ ਸ਼ਬਦ ਹੈ। ਅਗਲਾ ਪ੍ਰਸ਼ਨ ਹੈ ਉਸ ਨੇ ਹਿਲ ਜੁਲ ਕੀਤੀ ਤਾਂ ਡਾਂਗ ਫਿਸਲ ਕੇ ਖੋਤੇ ਸਮੇਤ ਡੈਸ਼ ਵਿੱਚ ਜਾ ਡਿੱਗੀ। ਨਦੀ ਵਿੱਚ ਜਾ ਡਿੱਗੀ ਜਾਂ ਦਰਿਆ ਵਿੱਚ ਜਾ ਡਿੱਗੀ ਜਾਂ ਸਮੁੰਦਰ ਵਿੱਚ ਜਾ ਡਿੱਗੀ ਜਾਂ ਛੱਪੜ ਵਿੱਚ ਜਾ ਡਿੱਗੀ? ਨਦੀ। ਉਸ ਨੇ ਹਿਲ ਜੁਲ ਕੀਤੀ ਤਾਂ ਡਾਂਗ ਫਿਸਲ ਕੇ ਖੋਤੇ ਸਮੇਤ ਨਦੀ ਵਿੱਚ ਜਾ ਡਿੱਗੀ। ਅਗਲਾ ਪ੍ਰਸ਼ਨ ਹੈ ਜਾਨਵਰ ਵਿਚਾਰਾ ਬੋਲ ਨਹੀਂ ਸਕਦਾ, ਕੁਝ ਤੇ ਤਰਸ ਕਰੋ। ਇਸ ਵਾਕ ਵਿੱਚੋਂ ਆਮ ਨਾਮ ਚੁਣੋ। ਵਿਚਾਰਾ ਹੈ, ਤਰਸ ਹੈ, ਬੋਲ ਹੈ ਜਾਂ ਜਾਨਵਰ ਆਮ ਨਾਂਵ ਹੈ? ਜਾਨਵਰ ਆਮ ਨਾਂਵ ਹੈ। ਅਗਲਾ ਪ੍ਰਸ਼ਨ ਹੈ ਪਿਓ ਪੁੱਤਰ ਦਾ ਨੁਕਸਾਨ ਕਿਉਂ ਹੋਇਆ? ਜ਼ਿਆਦਾ ਮਿਹਨਤ ਕਰਨ ਕਰਕੇ, ਲੋਕਾਂ ਦੀਆਂ ਗੱਲਾਂ ਵਿੱਚ ਆਉਣ ਕਰਕੇ, ਖੋਤਾ ਵੇਚਣ ਕਾਰਨ ਜਾਂ ਸ਼ਹਿਰ ਨੂੰ ਜਾਣ ਕਰਕੇ? ਲੋਕਾਂ ਦੀਆਂ ਗੱਲਾਂ ਵਿੱਚ ਆਉਣ ਕਰਕੇ।
अगला प्रश्न है, तू भी मेरे नाल खोते उत्ते बैठ जा। इस वाक विचों पड़नाव चुनो। तू, मेरे, जां नाल, जां एक अते दो दोवें शब्द ही पड़नाव हन। एक अते दो दोवें भाव इस वाक दे विच दिते होए शब्द तू अते मेरे यह दोवें पड़नाव हन। अगला प्रश्न है, खाली थावां भरो। पहली खाली थां है, एक किसान कोल एक डैश सी। नंबर 2, इन्ने नूं शहरों वापस आके कुछ बंदे उन्हां नूं डैश पए। नंबर 3, रस्ते विच एक डैश आउंदा सी। नंबर 4, चंगा हुंदा जे मैं लोकां दियां डैश विच ना आउंदा। पहली खाली थां विच खोता, एक किसान कोल एक खोता सी। दूसरी खाली थां विच टक्कर, इन्ने नूं शहरों वापस आके कुछ बंदे उन्हां नूं टक्कर पए। तीसरी खाली थां विच पुल, रस्ते विच एक पुल आउंदा सी। चौथी खाली थां विच भरिया जावेगा गल्लां, चंगा हुंदा जे मैं लोकां दियां गल्लां विच ना आउंदा। फिर असीं कुछ खाली थावां देखांगे। नंबर 1 है, दोवें डैश देखते रह गए। नंबर 2, उसने सोचिया शहर विच जाके डैश नूं वेच दिंदा हां। नंबर 3, कुड़ियां उन्हां नूं देख के डैश पईयां। नंबर 4, ਉਹ ਕਿਸੇ ਨੂੰ ਵੀ डैश नहीं कर सकिया। पहली खाली थां दे विच दोवें हक्के बक्के देखते रह गए। अगली खाली थां दे विच खोते, उसने सोचिया शहर विच जाके खोते नूं वेच दिंदा हां। अगली खाली थां दे विच भरिया जावेगा शब्द हस, कुड़ियां उन्हां नूं देख के हस पईयां। अगली खाली थां है, ਉਹ ਕਿਸੇ ਨੂੰ ਵੀ खुश नहीं कर सकिया। अगली खाली थां है, अगे अगे खोता ते पिछे पिछे डैश जा रहे सन। अगली खाली थां है, उन्हां दी गल सुन के किसान मुड़ डैश हो गया। अगली खाली थां है, देखो इस मुंडे नूं डैश आप खोते ते चढ़िया बैठा है। अगली खाली थां है, डैश विचारा बोल नहीं सकदा, कुछ ते तरस करो। पहले विच आवेगा प्यो पुत्तर, अगे अगे खोता ते पिछे पिछे प्यो पुत्तर जा रहे सन। दूसरी खाली थां विच आवेगा परेशान, उन्हां दी गल सुन के किसान मुड़ परेशान हो गया। अगली खाली थां विच आवेगा हट्टा कट्टा, देखो इस मुंडे नूं हट्टा कट्टा आप खोते ते चढ़िया बैठा है। अगली खाली थां दे विच शब्द भरिया जावेगा जानवर, जानवर विचारा बोल नहीं सकदा, कुछ ते तरस करो। अगला प्रश्न है, ठीक वाक अगे सही अते गलत अगे गलत लिखो। पहला वाक है, किसान कपड़े खरीदण लई खोता वेचना चाहुंदा सी। दूसरा वाक है, सब तो पहला मुंडा खोते ते चढ़िया। तीसरा वाक है, सानू हर किसे नूं खुश करन दा जतन करना चाहिदा है। पहला वाक गलत है, दूसरा वाक सही है, तीसरा वाक
ਗਲਤ ਹੈ। ਇਹਨਾਂ ਦਿੱਤੇ ਹੋਏ ਵਾਕਾਂ ਵਿੱਚੋਂ ਆਪਾਂ ਦੇਖਾਂਗੇ ਕਿ ਕਿਹੜੇ ਵਾਕ ਸਹੀ ਹਨ ਅਤੇ ਕਿਹੜੇ ਵਾਕ ਗਲਤ ਹਨ। ਪਹਿਲਾ ਵਾਕ ਹੈ, ਸਭ ਤੋਂ ਪਹਿਲਾਂ ਪਿਓ ਪੁੱਤਰਾਂ ਨੂੰ ਆਜੜੀ ਮਿਲੇ। ਦੂਸਰਾ ਵਾਕ ਹੈ, ਸਾਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ। ਤੀਸਰਾ ਵਾਕ ਹੈ, ਖੋਤਾ ਪਾਣੀ ਦੇ ਤੇਜ਼ ਵਹਿਣ ਵਿੱਚ ਰੁੜ ਗਿਆ। ਪਹਿਲਾ ਵਾਕ ਗਲਤ ਹੈ। ਦੂਸਰਾ ਵਾਕ ਬਿਲਕੁਲ ਸਹੀ ਹੈ। ਤੀਸਰਾ ਵਾਕ ਸਹੀ ਹੈ। ਸੋ ਇਹ ਸੀ ਕਹਾਣੀ ਸਾਰਾ ਜੱਗ ਨਹੀਂ ਜਿੱਤਿਆ ਜਾਂਦਾ, ਜੋ 6ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਹੈ। ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਨੁਕਸਾਨ ਨਹੀਂ ਕਰਨਾ ਚਾਹੀਦਾ। ਅਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ, ਕਿਉਂਕਿ ਸਾਰਾ ਜੱਗ ਨਹੀਂ ਜਿੱਤਿਆ ਜਾ ਸਕਦਾ। ਜੇਕਰ ਅਸੀਂ ਇਹ ਸੋਚਾਂਗੇ ਕਿ ਅਸੀਂ ਦੁਨੀਆ ਦੇ ਹਰ ਇੱਕ ਬੰਦੇ ਨੂੰ ਖੁਸ਼ ਕਰ ਸਕਦੇ ਹਾਂ, ਤਾਂ ਇਹ ਸਾਡੀ ਬਹੁਤ ਵੱਡੀ ਮੂਰਖਤਾ ਹੋਵੇਗੀ। ਇਸ ਨਾਲ ਸਾਡਾ ਆਪਣਾ ਜਾਂ ਸਾਡੇ ਆਪਣਿਆਂ ਦਾ ਨੁਕਸਾਨ ਹੋਵੇਗਾ। ਸੋ ਸਾਨੂੰ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਨਿਰੰਤਰ ਆਪਣੇ ਉਦੇਸ਼ ਵੱਲ, ਮਕਸਦ ਵੱਲ, ਨਿਸ਼ਾਨੇ ਵੱਲ, ਮੰਜ਼ਿਲ ਵੱਲ ਵੱਧਦੇ ਰਹਿਣਾ ਚਾਹੀਦਾ ਹੈ। ਧੰਨਵਾਦ।